Hello students, now we start with part 2 video of composition levy scheme. The last lecture we were to start with aggregate turnover. That what is aggregate turnover ਤੇ ਇਹਨੂੰ ਕਿਸ ਤਰ੍ਹਾਂ calculate ਕਰੀਦਾ. So simply meaning aggregate turnover ਦਾ means ਆ ਕਿ ਤੁਹਾਡੇ ਜਿੰਨੇ ਵੀ businesses ਆ ਇੱਕ ਪੈਨ ਦੇ ਅੰਦਰ ਪਹਿਲੀ ਤਾਂ ਗੱਲ ਇਹ ਆ ਇੱਕ ਪੈਨ ਦੇ ਅੰਦਰ ਤਿੰਨ ਚਾਰ businesses ਆਉਂਦੇ ਆ ਸਾਰੇ ਤੁਹਾਨੂੰ ਮੈਂਸ਼ਨ ਕਰਨੇ ਪੈਣਗੇ ਤੇ ਸਾਰੇ ਹੀ composition levy scheme ਦੇ ਅੰਦਰ ਆਉਣਗੇ ਤੇ ਸਾਰਿਆਂ ਦਾ ਟੋਟਲ ਟਰਨਓਵਰ 1.5 ਕਰੋੜ ਜਾਂ 75 ਲੱਖ ਜਾਂ 50 ਲੱਖ ਜਿਹੜੀ ਵੀ ਲਿਮਿਟ ਤੁਹਾਨੂੰ ਅਪਲਾਈ ਹੁੰਦੀ ਆ ਉਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਨਾਓ ਦਾ ਇਸ਼ੂ ਇਸ ਕਿ ਐਗਰੀਗੇਟ ਟਰਨਓਵਰ ਆਪਾਂ ਕੈਲਕੂਲੇਟ ਕਿੱਦਾਂ ਕਰਨਾ ਹੈ। ਟਰਨਓਵਰ ਦਾ ਮਤਲਬ ਹੁੰਦਾ ਸੇਲ, ਤੁਹਾਡੀ ਇਨਵੈਂਟਰੀ ਕਿੰਨੀ ਵਾਰੀ ਟਰਨਓਵਰ ਹੁੰਦੀ ਹੈ। ਸਪੋਜ਼ ਇੱਕ ਚੀਜ਼ ਤੁਸੀਂ 1 ਲੱਖ ਦੀ ਸਾਲ 'ਚ 10 ਵਾਰੀ ਵੇਚੀ, ਇੱਕ ਮਸ਼ੀਨ ਵੇਚਦੇ ਹੋ, ਤੁਹਾਡੀ ਇਨਵੈਸਟਮੈਂਟ 1 ਲੱਖ ਰੁਪਇਆ 1 ਲੱਖ ਦੀ ਵੇਚਤੀ ਇੱਕ ਮਹੀਨੇ 'ਚ, ਫਿਰ ਅਗਲੇ ਮਹੀਨੇ ਵੇਚਤੀ, ਫਿਰ ਅਗਲੇ ਮਹੀਨੇ ਵੇਚਤੀ, ਹਰ ਮਹੀਨੇ ਤੁਸੀਂ ਉਹਨੂੰ ਵੇਚਦੇ ਹੋ, ਫਿਰ ਨਵੀਂ ਲੈਂਦੇ ਹੋ, ਫਿਰ ਵੇਚਦੇ ਹੋ। ਸੋ ਸਾਲ 'ਚੋਂ 12 ਵਾਰੀ ਟਰਨ ਹੁੰਦੀ ਹੈ। ਸੋ ਦੈਟ ਮੀਨਸ 1 ਲੱਖ ਦੀ ਤੁਹਾਡੀ ਇਨਵੈਸਟਮੈਂਟ ਆ, 12 ਵਾਰੀ ਟਰਨ ਕੀਤੀ, ਟੋਟਲ ਤੁਹਾਡੀ ਸੇਲ 12 ਲੱਖ ਹੋ ਗਈ। ਤੁਸੀਂ 1 ਲੱਖ ਰੁਪਇਆ ਲਾ ਕੇ 12 ਵਾਰੀ ਉਸ ਚੀਜ਼ ਨੂੰ ਵੇਚਿਆ। ਸੋ ਦੈਟਸ ਵਾਈ ਉਹ ਟਰਨਓਵਰ ਹੁੰਦਾ ਆ। ਐਂਡ ਸਿੰਪਲ ਵਰਡਸ ਦੇ ਵਿੱਚ ਆਪਾਂ ਨੂੰ ਸੇਲ ਵੀ ਕਹਿ ਸਕਦੇ ਹਾਂ। ਇਹ ਆਪਾਂ ਇਨਵੈਂਟਰੀ 'ਚ ਵੀ ਪੜ੍ਹਦੇ ਹਾਂ। ਓਕੇ, ਸੋ ਜਦੋਂ ਆਪਾਂ ਟਰਨਓਵਰ ਕੈਲਕੂਲੇਟ ਕਰਨਾ ਆ, ਧਿਆਨ ਰੱਖਣ ਵਾਲੀਆਂ ਚੀਜ਼ਾਂ ਇਹ ਆ ਕਿ ਜਿੰਨਾ ਵੀ ਮਟੀਰੀਅਲ ਆਪਾਂ ਸਪਲਾਈ ਕਰਦੇ ਹਾਂ, ਵੈਲਿਊ ਸਪਲਾਈਜ਼ ਦੇ ਵਿੱਚ ਕੀ ਐਡ ਕਰਨਾ ਤੇ ਕੀ ਸਬਟਰੈਕਟ ਕਰਨਾ ਹੈ। ਸੋ ਫਸਟ ਆਫ ਆਲ ਵਿਲ ਸੀ ਵਾਟ ਇਜ਼ ਗੋਇੰਗ ਟੂ ਬੀ ਐਡਡ। ਵੈਲਿਊ ਆਫ ਆਲ ਦਾ ਟੈਕਸੇਬਲ ਸਪਲਾਈਜ਼ ਇਨਕਲੂਡਿੰਗ ਦਾ ਵੈਲਿਊ ਆਫ ਇਨਵਰਡ ਸਪਲਾਈਜ਼। ਜਿੰਨਾ ਵੀ ਮਟੀਰੀਅਲ ਆਪਾਂ ਨੂੰ ਇਨਵਰਡ ਸਪਲਾਈ 'ਚ ਆਇਆ ਉਹ ਸਾਰਾ ਆਪਾਂ ਉਹਦੇ 'ਚ ਐਡ ਕਰਨਾ ਆ। ਫਿਰ ਵੈਲਿਊ ਆਫ ਐਗਜ਼ੈਂਪਟਡ ਸਪਲਾਈਜ਼, ਜਿਹੜੀਆਂ ਚੀਜ਼ਾਂ ਆਪਾਂ ਸਪਲਾਈ ਕਰਦੇ ਹਾਂ ਪਰ ਉਹ ਟੈਕਸ ਤੋਂ ਐਗਜ਼ੈਂਪਟ ਆ, ਉਹ ਵੀ ਐਡ ਕਰਨੀ ਹੈ। C is value of export goods or services, ਇਹ ਵੀ ਐਡ ਕਰਦੇ ਹਾਂ ਆਪਾਂ। D part, value of interstate supplies of persons having same permanent account number to be computed on a all India basis। तो ਜਿਹੜਾ ਆਪਾਂ ਨੂੰ ਕੋਈ interstate supply ਆਈ ਆ ਉਹ ਵੀ ਆਪਾਂ ਇਹਦੇ ਚ ਐਡ ਕਰਨੀ ਹੈਗੀ ਆਪਣੇ turnover ਦੇ ਵਿੱਚ। ਸੈਕੰਡ ਪਾਰਟ ਇਹ ਹੈ ਕਿ ਸਬਟਰੈਕਟ ਕੀ ਕਰਨਾ ਜਦੋਂ ਆਪਾਂ turnover calculate ਕਰਨਾ ਹੈ। ਟੈਕਸਿਸ ਇਫ ਐਨੀ ਚਾਰਜ ਅੰਡਰ ਦ ਹੈਡ, ਜਿਹੜੇ ਵੀ ਆਪਾਂ ਟੈਕਸਿਸ ਪੇ ਕੀਤੇ ਆ, ਜਿਹੜਾ ਮਟੀਰੀਅਲ ਆਪਾਂ ਨੂੰ ਆਇਆ ਠੀਕ ਹੈ ਉਹ ਆਪਾਂ ਮਾਈਨਸ ਕਰਨਾ ਹੈ। Second, B is value of inward supplies on which the tax is payable on reverse charge basis। ਜਿਹੜੀਆਂ ਚੀਜ਼ਾਂ ਆਪਾਂ ਨੂੰ ਆਈਆਂ ਉਹਨਾਂ ਚੀਜ਼ਾਂ ਤੇ ਆਪਾਂ RCM ਪੇ ਕਰਨਾ, ਰਿਵਰਸ ਚਾਰਜ ਬੇਸਿਸ ਤੇ ਪੇ ਕਰਨਾ। ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਵੈਲਿਊ ਹੈਗੀ ਆ ਗੁੱਡਸ ਜਾਂ ਸਰਵਿਸਿਜ਼ ਦੀ ਵੈਲਿਊ ਆਪਾਂ ਆਪਣੇ ਟੋਟਲ ਟਰਨਓਵਰ ਚੋਂ ਮਾਈਨਸ ਕਰ ਦਾਂਗੇ, ਰਾਈਟ। ਹੁਣ ਨੈਕਸਟ ਜਿਹੜਾ ਟੌਪਿਕ ਹੈਗਾ ਉਹ ਬੇਸਿਕਲੀ ਸਮਰੀ ਹੈ ਜੋ ਕੁਝ ਆਪਾਂ ਪਹਿਲਾਂ ਪੜ੍ਹਿਆ। So we will be moving over right now to the features of a composition levy scheme। You can just have a look at the summary। These are the things basically ਇਹ ਹੈ ਕਿ composition levy scheme ਦੇ ਵਿੱਚ yes, what are the yeses and what are the no's। For example, threshold limit ਜਿਹੜੀ ਹੈ 1.5 ਕਰੋੜ ਤੱਕ ਆ, services ਦੀ threshold limit 50 lakhs ਆ, scheme optional ਆ। ਰਾਈਟ ਸਾਈਡ ਤੇ ਆਪਾਂ ਦੇਖੀਏ ਨਾ ਕੀ ਆ CLS ਜੇ ਤੁਸੀਂ ਆਪਟ ਕਰਦੇ ਹੋ, ਆਪਾਂ ਇਨਵੋਇਸ ਨਹੀਂ ਕੱਢ ਸਕਦੇ, ਬਿੱਲ ਆਫ ਸਪਲਾਈ ਆ। ਸੈਕੰਡ ਇਜ਼ ਆਪਾਂ ਨੂੰ ITC ਨਹੀਂ ਮਿਲੇਗਾ, things like this। So what are the yeses and no's in if you opt for a composition levy scheme? Okay, now coming to the next topic, that is features of a composition levy scheme। First point ਆਪਾਂ ਅੱਗੇ ਵੀ ਪੜਿਆ, composition levy scheme is an option, so it is a repetition। Second point ਵੀ ਆਪਾਂ ਪੜਿਆ, again we can repeat it। composition levy scheme is applicable for all goods। For example, ਤੁਸੀਂ ਦੋ ਤਿੰਨ ਤਰ੍ਹਾਂ ਦਾ ਬਿਜ਼ਨਸ ਕਰਦੇ ਹੋ, ਤੁਹਾਡਾ ਸਟੇਸ਼ਨਰੀ ਦਾ ਕੰਮ ਵੀ ਹੈ, ਤੁਹਾਡਾ ਕੋਈ ਹੋਰ ਕੋਈ ਕੰਮ ਵੀ ਆ, ਆਪਾਂ ਇਹ ਨਹੀਂ ਚੂਜ਼ ਕਰ ਸਕਦੇ ਕਿ ਮੈਂ ਇਸ ਇੱਕ ਪੈਨ ਨੰਬਰ ਦੇ ਅੰਦਰ ਕਿ ਮੈਂ ਇਸ ਬਿਜ਼ਨਸ ਲਈ CLS ਲਈ ਆਪਟ ਕਰਾਂ ਤੇ ਦੂਸਰੇ ਬਿਜ਼ਨਸ ਲਈ CLS ਲਈ ਆਪਟ ਨਾ ਕਰਾਂ। ਸੋ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਜ਼ ਆਪਾਂ ਸਪਲਾਈ ਕਰਦੀਆਂ ਸਾਰੀਆਂ ਹੀ ਉਹਦੇ ਅੰਡਰ ਆਉਣਗੀਆਂ ਤੇ ਸਾਰੀਆਂ ਦਾ ਟੋਟਲ ਟਰਨਓਵਰ ਕੈਲਕੂਲੇਟ ਹੋਏਗਾ, ਰਾਈਟ। ਥਰਡ ਪੁਆਇੰਟ ਇਹ ਆ ਕਿ ਪਹਿਲਾਂ ਇਹ ਗੁੱਡਸ ਲਈ ਅਵੇਲੇਬਲ ਨਹੀਂ ਸੀ ਕੰਪੋਜੀਸ਼ਨ ਸਕੀਮ, ਪਰ April 2019 ਤੋਂ 1 April ਤੋਂ ਇਹ ਸਰਵਿਸਿਜ਼ ਲਈ ਵੀ ਅਵੇਲੇਬਲ ਆ, ਪਹਿਲੇ ਸਰਵਿਸਿਜ਼ ਲਈ ਅਵੇਲੇਬਲ ਨਹੀਂ ਸੀਗੀ। ਫੋਰਥ ਪੁਆਇੰਟ ਇਜ਼ ਐਲੀਜੀਬਿਲਿਟੀ ਟੂ ਪੇ ਟੈਕਸ ਅੰਡਰ ਕੰਪੋਜੀਸ਼ਨ ਸਕੀਮ। ਇਹ ਵੀ ਆਪਾਂ ਪਹਿਲਾਂ ਪੜ੍ਹਿਆ ਹੋਇਆ ਆ। ਸੋ ਕੌਣ ਬੰਦੇ ਐਲੀਜੀਬਲ ਹੁੰਦੇ ਆ, ਦਿਸ ਇਜ਼ ਅ ਰੈਪੀਟੀਸ਼ਨ, ਜਿਨ੍ਹਾਂ ਦਾ ਐਗਰੀਗੇਟ ਟਰਨਓਵਰ prescribed limit ਤੋਂ ਘੱਟ ਹੁੰਦਾ ਵੀ, this is again a repetitive point। Fifth point ਹੈ what is the rate of tax for the composition levy scheme। tax ਦੀ percentage ਕਿੰਨੀ ਹੈ, ਠੀਕ ਹੈ ਨਾ। there are three slabs, 1%, 5% and 6% ਹੈਗੀ ਆ। for more a simple view I'll take you to clear tax website। so composition levy scheme ਦੇ ਵਿੱਚ applicable GST rates ਕਿਤੇ ਆ। manufactured goods ਲਈ, manufactured factory ਚ ਬਣੀਆਂ goods ਲਈ half plus half percent 1% total ਹੈ। restaurants not serving alcohol 2.5 plus 2.5 that is 5% total ਹੈ। ਔਰ other services ਜਿਹੜੀਆਂ ਹੋਰ services non physical services ਜਿਹਨੂੰ service industry ਆਪਾਂ ਕਹਿੰਦੇ ਆ, ਉਹਦੇ ਵਿੱਚ 3 plus 3 is equal to 6% ਹੈਗਾ।
So this clear text website table gives you a very good summary कि prevailing tax rates की या composition levy scheme. The same thing is explained in a bigger way, taking more length of words over this table in your book, right? So it is the same. See my blue ink in the red box. The same things are given: 1%, 5%, and 6%. So now we move on to the next page. अगला ਜਿਹੜਾ point हैगा, sixth point is so composition levy scheme ਦੇ ਆਪਾਂ ਕਰ ਰਹੇ ਹੈਗੇ ਆ, we are doing the features ਕਰ ਰਹੇ ਹਾਂ, ਠੀਕ ਹੈ. So the sixth feature, that's again a repetition. ਪਹਿਲਾਂ ਪੜ੍ਹੇ ਆਪਾਂ restrictions from claiming ITC. ITC ਹੀ CLS ਦੇ ਵਿੱਚ ਨਹੀਂ ਮਿਲੇਗਾ, right? And seventh point ਵੀ repeat ਆਪਾਂ ਪੜ੍ਹਿਆ, CLS ਜਿਹੜੀ ਸਕੀਮ ਆ, ਜਿਹੜੀਆਂ goods reverse charge mechanism ਦੇ ਅੰਡਰ ਆਪਣੇ ਕੋ ਆਉਂਦੀਆਂ ਜਾਂ ਜਿਹੜੀਆਂ ਚੀਜ਼ਾਂ ਤੇ ਆਪਾਂ reverse charge mechanism ਦੇ ਨਾਲ ਟੈਕਸ ਪੇ ਕਰਦੇ ਆ, ਉਹ they will be kept out of the CLS scheme, right? Eighth is again repetition. ਇੱਕ ਪੈਨ ਦੇ ਅੰਦਰ ਸਾਰੀਆਂ ਟ੍ਰਾਂਜੈਕਸ਼ਨਸ ਆ ਜਿਹੜੀਆਂ ਇੱਕ CLS ਦੇ ਅੰਦਰ ਹੀ ਆਉਣਗੀਆਂ. ਥੋੜਾ ਜਿਹਾ ਡਿਟੇਲ ਚ ਐਗਜ਼ਾਮਪਲ ਦਿੱਤਾ, 3 ਪੁਆਇੰਟ ਲਏ ਹੋਏ ਆ ਕਿ ਜੇ ਤੁਹਾਡੀ ਫੁੱਟਵੇਅਰ ਦੀ ਸ਼ਾਪ ਹੈ, ਮੋਬਾਈਲ ਦੀ ਸ਼ਾਪ ਹੈ, ਮੈਕਡੋਨਲਡਸ ਦੀ ਤੁਹਾਡੀ ਫਰੈਂਚਾਈਜ਼ੀ ਹੈਗੀ ਹੈ, ਤਾਂ ਤਿੰਨਾਂ ਦਾ ਜਿਹੜਾ ਟਰਨਓਵਰ ਹੈ ਇਕੱਠਾ ਹੀ ਕੈਲਕੂਲੇਟ ਕੀਤਾ ਜਾਏਗਾ. ਨਾਈਨਥ ਪੁਆਇੰਟ ਇਜ਼ ਅਗੇਨ ਅ ਰੈਪੀਟੀਸ਼ਨ, ਬਿੱਲ ਆਫ ਸਪਲਾਈ. ਆਪਾਂ ਬਿੱਲ ਆਫ ਸਪਲਾਈ ਦੇ ਸਕਦੇ ਹਾਂ, ਆਪਾਂ ਟੈਕਸੇਬਲ ਇਨਵੋਇਸ ਨਹੀਂ ਦੇ ਸਕਦੇ, ਔਰ ਉਹਦੇ ਉੱਤੇ ਲਿਖਿਆ ਹੋਊਗਾ ਬਿੱਲ ਆਫ ਸਪਲਾਈ, ਔਰ ਉਹਦੇ ਉੱਪਰ ਲਿਖਿਆ ਹੋਊਗਾ, ਪ੍ਰਿੰਟਡ ਹੋਊਗਾ, composition taxable person not eligible to collect tax on supplies. So ਆਪਾਂ ਤੇ GST ਚਾਰਜ ਨਹੀਂ ਕਰ ਸਕਦੇ. So for supplier of services ਵੀ ਜਿਹੜੇ ਸਰਵਿਸਿਜ਼ ਆ ਉਹ ਤੇ ਵੀ ਉਹਨਾਂ ਦੇ ਬਿੱਲ ਤੇ ਵੀ ਉਹੀ ਲਿਖਿਆ ਹੋਊਗਾ. ਇਸ ਤੋਂ ਇਲਾਵਾ ਬਿੱਲ ਆਫ ਸਪਲਾਈ ਤੇ ਹੋਰ ਕਿਹੜੀਆਂ ਡਿਟੇਲਸ ਹੋਣਗੀਆਂ, ਨੇਮ ਐਡਰੈਸ ਤੇ GSTN ਨੰਬਰ ਹੋਏਗਾ ਜਿਹੜਾ ਸਪਲਾਇਰ ਦਾ, ਐਂਡ ਕੰਜ਼ੈਕਟਿਵ ਸੀਰੀਅਲ ਨੰਬਰ ਹੋਏਗਾ. ਬਿਲਸ ਦਾ ਆਫ ਕੋਰਸ ਸੀਰੀਅਲ ਨੰਬਰ ਹੁੰਦਾ ਹੀ ਹੈਗਾ ਆ, ਠੀਕ ਹੈ ਨਾ. ਬਿੱਲ ਨੰਬਰ 1, ਬਿੱਲ ਨੰਬਰ 2, ਸੀਰੀਅਲ ਨੰਬਰ ਦੇ ਵਿੱਚ ਤੁਸੀਂ ਅਲਫਾਬੈਟਸ ਪਾ ਸਕਦੇ ਹੋ, ਸੀਰੀਜ਼ ਬਣਾ ਸਕਦੇ ਹੋ, ਸਪੈਸ਼ਲ ਕਰੈਕਟਰਸ ਪਾ ਸਕਦੇ ਹੋ, ਐਂਡ ਹੈਸ਼ ਪਾ ਸਕਦੇ ਹੋ ਕਿਤੇ ਫਾਈਨੈਂਸ਼ੀਅਲ ਈਅਰ ਨੂੰ ਮੈਂਸ਼ਨ ਕਰਨ ਲਈ. ਡੇਟ ਆਫ ਇਸ਼ੂ ਹੋਏਗੀ, ਮਤਲਬ ਉਹ ਬਿੱਲ ਕਿਸ ਡੇਟ ਨੂੰ ਇਸ਼ੂ ਕੀਤਾ, ਬਿੱਲ ਆਫ ਸਪਲਾਈ ਦੀ ਡੇਟ ਹੋਏਗੀ. ਨੇਮ ਐਡਰੈਸ, ਦੈਨ ਨੈਕਸਟ ਹੋਏਗਾ ਨੇਮ ਐਡਰੈਸ, GSTN ਔਰ UAN ਇਫ ਰਜਿਸਟਰਡ ਆਫ ਦ ਰੈਸੀਪੀਐਂਟ, ਜਿਹਨੂੰ ਬਿੱਲ ਆਪਾਂ ਦੇਣਾ ਆ, ਜੇ ਉਹ ਰਜਿਸਟਰਡ ਹੈਗਾ. ਮੈਂ ਤੁਹਾਨੂੰ ਆਪਣਾ ਸੀਮੈਂਟ ਦਾ ਬਿੱਲ ਦਿਖਾਇਆ ਸੀ, ਮੈਂ ਤਾਂ ਰਜਿਸਟਰਡ ਨਹੀਂ ਹੈ GST ਦੇ ਨਾਲ, ਸਿੰਪਲ ਕਸਟਮਰ ਨਹੀਂ ਰਜਿਸਟਰਡ ਹੁੰਦਾ, ਕੁਛ ਨਹੀਂ ਸੀ ਲਿਖਿਆ. ਪਰ ਜੇ ਆਪਾਂ ਕਿਸੇ ਇੱਦਾਂ ਦੇ B2B ਸਪਲਾਈ ਕਰ ਰਹੇ ਹਾਂ, ਜੇ ਕੋਈ ਆਪਾਂ ਸਪਲਾਈ ਕਰ ਰਹੇ ਜਿਹਦਾ GST ਨੰਬਰ ਆ, ਤਾਂ ਮੈਂਸ਼ਨ ਕਰਨਾ ਚਾਹੀਦਾ ਹੈ, ਬਿਕੋਜ਼ ਉਹਦੇ ਨਾਲ ਹੀ ਸਾਰੀ ਜਿਹੜੀ ਉਸ ਬੰਦੇ ਨੂੰ ਕਿੰਨਾ ITC ਮਿਲੂਗਾ ਉਹ ਉਹਦੇ ਬੇਸਿਸ ਤੇ ਹੁੰਦੀ ਆ. ਐਂਡ HSN ਕੋਡ ਦਾ ਮੈਂ ਤੁਹਾਨੂੰ ਐਗਜ਼ਾਮਪਲ ਦਿਖਾਇਆ ਸੀ ਇਨਵੋਇਸ ਦੇ ਵਿੱਚ, description ਹੁੰਦੀ ਹੈ, ਸੀਮੈਂਟ ਹੈ ਕਿ ਸਰੀਆ, that is also written, ਸੀਮੈਂਟ ਕੇਸ ਟਾਈਪ ਦਾ, ਸਰੀਆ ਕੇਸ ਟਾਈਪ ਦਾ, that I showed you on the bill. ਫਿਰ ਵੈਲਿਊ, ਆਫ ਕੋਰਸ ਵੈਲਿਊ ਤਾਂ ਹੁੰਦੀ ਹੈ ਟ੍ਰਾਂਜੈਕਸ਼ਨ ਦੀ ਕਿੰਨੀ ਵੈਲਿਊ ਆ, ਔਰ ਫਿਰ ਸਿਗਨੇਚਰ ਜਾਂ ਡਿਜੀਟਲ ਸਿਗਨੇਚਰ ਹੁੰਦੇ ਆ. ਡਿਜੀਟਲ ਸਿਗਨੇਚਰ ਕੀ ਹੁੰਦਾ, ਹੁਣ ਆਪਾਂ ਇਸ ਟੌਪਿਕ ਦੀ ਡਿਟੇਲ ਮੈਟਰ ਆਫ ਯੂਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ. ਓਕੇ, ਦੈਨ ਨੈਕਸਟ ਇਜ਼ ਫਾਈਲਿੰਗ ਆਫ ਰਿਟਰਨ. ਇਹ ਵੀ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਕੁਆਟਰਲੀ ਰਿਟਰਨ ਜਿਹੜੀ ਫਾਈਲ ਕਰੇਗਾ. ਜਿਹੜਾ ਨਾਰਮਲ GST ਵਾਲਾ ਪਰਸਨ ਹੈਗਾ ਉਹ ਮੰਥਲੀ ਰਿਟਰਨ ਕਰਦਾ ਆ. ਕੁਆਟਰਲੀ ਰਿਟਰਨ ਆਪਾਂ GSTR ਫਾਰਮ ਹੁੰਦਾ ਉਹਨਾਂ ਦੇ ਪੋਰਟਲ ਤੇ, ਉਹਦੇ 'ਚ ਭਰਨੀ ਆ. ਉਸ ਤੋਂ ਇਲਾਵਾ ਆਪਾਂ ਐਨੂਅਲ ਰਿਟਰਨ ਭਰਨੀ ਹੈ, ਉਹਦੇ ਫਾਰਮ ਨੂੰ ਕਹਿੰਦੇ ਫਾਰਮ GSTR 9. We are not to go the details of the form as far as theory is concerned. We don't have any practicals in this. Actually, this subject is a combination of theory plus practical. So later on, I'll show you at the clear text website the practical thing also. Okay, after we finish the theory part. Then 11th point is also repetition. Validity ਕਦੋਂ ਤੱਕ ਆ composition levy scheme ਦੀ, ਜਦ ਤੱਕ ਉਹ conditions satisfy ਕਰਦਾ. 12th point ਕੀ ਆ, conditions ਜੇ ਉਹ ਕੋਈ ਵੀ ਪਰਸਨ ਇਨਐਲੀਜੀਬਲ ਕਦੋਂ ਹੁੰਦਾ CLS ਲਈ, ਜੇ ਜਾਂ ਤਾਂ ਉਹਦਾ ਟਰਨਓਵਰ ਐਕਸੀਡ ਕਰਦੇ, ਜਾਂ ਉਹਦੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹ ਕਿਸੇ ਵੀ ਕੰਡੀਸ਼ਨ ਨੂੰ ਵਾਇਲੇਟ ਕਰਦੇ. 13th ਪੁਆਇੰਟ ਇਹ ਆ ਵੀ ਟ੍ਰਾਂਜੀਸ਼ਨ ਆਪਾਂ ਕਿੱਦਾਂ ਕਰ ਸਕਦੇ ਹਾਂ ਕੰਪੋਜੀਸ਼ਨ ਸਕੀਮ ਟੂ ਨਾਰਮਲ ਸਕੀਮ. ਹਾਂਜੀ, ਆਪਾਂ ਬਿਲਕੁਲ ਕਰ ਸਕਦੇ ਹਾਂ. ਜਿਸ ਦਿਨ ਤੋਂ ਵੀ ਆਪਣਾ ਜਿਹੜਾ ਟਰਨਓਵਰ ਆ ਲਿਮਿਟ ਤੋਂ ਐਕਸੀਡ ਹੋ ਗਿਆ, ਆਪਾਂ ਡਿਪਾਰਟਮੈਂਟ ਨੂੰ ਇੰਟੀਮੇਟ ਕਰਕੇ ਜਿਹੜਾ ਡਿਊ ਪ੍ਰੋਸੀਜਰ ਆ ਫੋਲੋ ਕਰਕੇ ਵੀ ਕੈਨ ਚੇਂਜ ਫਰੋਮ ਕੰਪੋਜੀਸ਼ਨ ਲੈਵੀ ਸਕੀਮ ਟੂ ਦ ਨਾਰਮਲ ਸਕੀਮ. 14th ਪੁਆਇੰਟ ਇਹ ਹੈ, ਜੇ ਆਪਾਂ ਗਲਤੀ ਨਾਲ ਕੰਪੋਜੀਸ਼ਨ ਸਕੀਮ ਦੀ ਆਪਟ ਕਰ ਲਿਆ, ਮੀਨਸ ਜਾਂ ਤਾਂ ਆਪਾਂ ਐਲੀਜੀਬਲ ਨਹੀਂ ਹੈ ਜਾਂ ਆਪਾਂ ਟਰਨਓਵਰ ਐਕਸੀਡ ਹੁੰਦਾ ਆ, ਤਾਂ ਫਿਰ ਆਪਾਂ ਨੂੰ ਜਿਹੜਾ ਇਨਕਮ GST ਆਫਿਸਰ ਆ ਉਹ ਆਪਾਂ ਨੂੰ ਸ਼ੋ ਕਾਜ਼ ਨੋਟਿਸ ਭੇਜ ਸਕਦਾ ਹੈ ਇਨ ਦ ਫਾਰਮ GST MP5. ਸਾਰਾ ਕੁਛ ਪੋਰਟਲ ਤੇ ਹੀ ਆਉਂਦਾ, ਜਦੋਂ ਆਪਾਂ ਲੌਗਇਨ ਕਰਾਂਗੇ ਉਹਦੇ 'ਚ ਹੀ ਆ ਜਾਂਦਾ ਸਾਰਾ ਨੋਟਿਸ, ਜਿਵੇਂ ਇਨਕਮ ਟੈਕਸ ਦੀ ਰਿਟਰਨ ਦਾ ਆਉਂਦਾ ਹੁੰਦਾ ਆ. ਸੋ 15 days ਦੇ ਅੰਦਰ ਆਪਾਂ ਉਹਦਾ ਰਿਪਲਾਈ ਕਰਨਾ ਹੈ. ਫਿਰ ਉਸ ਤੋਂ ਬਾਅਦ ਉਹ ਆਪਾਂ ਨੂੰ
30 days, within 30 days of the receipt of a reply, officer ਆਪਾਂ ਨੂੰ ਚਾਂਸ ਦਊਗਾ ਜਾਂ ਉਹ ਆਪਣੀ ਐਕਸਪਲੇਨੇਸ਼ਨ ਐਕਸੈਪਟ ਕਰ ਲੂਗਾ ਜਾਂ ਆਪਾਂ ਨੂੰ ਕਹੂਗਾ ਵੀ ਤੁਹਾਨੂੰ ਇੰਨਾ ਟੈਕਸ ਦੇਣਾ ਪੈਣਾ ਹੈ, ਸੋ ਯੂ ਹੈਵ ਟੂ ਪੇ that much amount of tax. 15th point is also a repetition, ਆਪਾਂ ਨੂੰ ਬਿੱਲ ਦੇ ਉੱਤੇ ਵੀ ਲਿਖਣਾ ਹੁੰਦਾ ਕੰਪੋਜੀਸ਼ਨ ਟੈਕਸੇਬਲ ਪਰਸਨ ਹੈ, ਐਂਡ ਪ੍ਰਿੰਸੀਪਲ ਪਲੇਸ ਆਫ ਬਿਜ਼ਨਸ ਤੇ ਵੀ ਡਿਸਪਲੇ ਕਰਨਾ ਹੁੰਦਾ, ਔਰ ਜੇ ਆਪਣੇ ਕੋਈ ਐਡੀਸ਼ਨਲ ਪਲੇਸ ਆਫ ਬਿਜ਼ਨਸ ਆ ਉਹਦੇ ਤੇ ਵੀ ਡਿਸਪਲੇ ਕਰਨਾ ਹੁੰਦਾ that we are a composition taxable person. So basic features CLS ਦੇ. Now we come to the conditions and restrictions. Conditions ਕਹਿ ਲਓ ਜਾਂ ਇਹਨੂੰ restrictions ਕਹਿ ਲਓ ਜਾਂ ਤੁਸੀਂ ਇਹਨੂੰ eligibility criteria ਕਹਿ ਲਓ, ਇਹਦੇ ਵਿੱਚ ਵੀ ਕਾਫੀ ਕੁਝ repetition ਹੈਗਾ ਜਿਹੜਾ ਆਪਾਂ ਚੀਜ਼ਾਂ ਪਹਿਲਾਂ ਪੜ੍ਹੀਆਂ, we will not be going through them. So first one is ਜਿਹੜੀ ਹੈਗੀ ਆ turnover ਵਾਲੀ ਗੱਲ ਆਪਾਂ ਪਹਿਲਾਂ ਪੜ੍ਹ ਲਈ ਹੈ, threshold we know that, ਠੀਕ ਹੈ ਨਾ, and second point is also repetition we have studied earlier. So B ਤੋਂ ਲੈ ਕੇ E ਤੱਕ ਇਹ ਸਾਰਾ ਕੁਝ repetition ਹੈਗਾ. Now we come to detailed explanation of section 10.2 ਕਿ ਕਿਹੜੀਆਂ ਜਿਹੜੀਆਂ ਐਂਟੀਟੀਜ਼ ਆ ਉਹ ਐਲੀਜੀਬਲ ਹੈ ਨਹੀਂ। ਇਹ ਸਾਰੇ ਜਿਹੜੇ ਪੁਆਇੰਟਸ ਆ A B C ਇਹ ਤਿੰਨੇ ਹੀ ਆਪਾਂ ਇਸੇ ਚੈਪਟਰ 'ਚ ਪਹਿਲਾਂ ਪੜ੍ਹ ਚੁੱਕੇ ਹਾਂ, A B C D E ਵੀ ਪੜ੍ਹ ਚੁੱਕੇ ਹਾਂ, ਠੀਕ ਹੈ ਨਾ। So I will be skipping this, ਠੀਕ ਹੈ ਨਾ। This is again a repetition, as I told you there is a lot of repetition in this, that's why I'm going fast. Now again we come to restrictions for composition levy scheme. ਪਹਿਲਾਂ ਆਪਾਂ ਜਿਹੜਾ ਦੇ ਪੇਜ ਤੇ ਪੜਿਆ ਆ ਕੌਣ ਕੌਣ ਬੰਦੇ ਐਲੀਜੀਬਲ ਨਹੀਂ ਹੈਗੇ, A B C D E F, ਠੀਕ ਹੈ ਨਾ। ਸੋ ਕੌਣ ਕੌਣ ਬੰਦੇ ਐਲੀਜੀਬਲ ਨਹੀਂ ਸੀਗੇ, ਹੁਣ ਥੋੜਾ ਜਿਹਾ ਉਹਦੇ ਨਾਲ ਐਲੀਜੀਬਿਲਿਟੀ ਥੋੜੀ ਜਿਹੀ ਡਿਫਰੈਂਟ ਪੁਆਇੰਟਸ ਆ, ਰੈਸਟ੍ਰਿਕਸ਼ਨਸ ਥੋੜੇ ਜਿਹੇ ਡਿਫਰੈਂਟ ਪੁਆਇੰਟ ਆ, ਆਪਾਂ ਪਹਿਲਾਂ ਵੀ ਪੜ ਚੁੱਕੇ ਆ। okay, so once again we'll revise. So it's not applicable to casual taxable person, ठीक है ना। I have told you in detail who is the casual taxable person and who is a non-resident taxable person. And the second is not applicable. ਹੁਣ ਇਹ point second point ਨਵਾਂ ਹੈ, not applicable in case of migration of existing registration. In case of migration ਆਪਾਂ ਪੁਰਾਣੇ ਸਿਸਟਮ ਤੋਂ ਨਵੇਂ ਸਿਸਟਮ ਤਾਂ ਆਏ of existing registration into registration under GST. Existing means ਜਿਹੜੀ ਪੁਰਾਣਾ ਸਿਸਟਮ ਹੁੰਦਾ ਸੀ ਐਕਸਾਈਜ਼ ਵਾਲਾ, ਸੇਲ ਟੈਕਸ ਵਾਲਾ। Option to avail composition scheme under GST can be exercised only if the goods held in stock by such person on the appointed day have not been purchased in the course of interstate trade or commerce. ਜੇ ਪੁਰਾਣੇ ਸਿਸਟਮ ਤੋਂ ਆਪਾਂ ਨਵੇਂ ਸਿਸਟਮ ਤੇ ਜਾ ਰਹੇ ਹਾਂ ਕਿ ਤੁਹਾਡੇ ਕੋਲ ਸਟਾਕ ਦੇ ਵਿੱਚ ਜਿਹੜੀਆਂ ਗੁੱਡਸ ਆ ਉਹ ਤੁਸੀਂ ਇੰਟਰਸਟੇਟ ਨਹੀਂ ਮੰਗੀਆਂ ਹੋਈਆਂ, ਠੀਕ ਹੈ ਨਾ, then only it's possible. ਥਰਡ ਪੁਆਇੰਟ ਰਿਪੀਟ ਆ, RCM ਐਪਲੀਕੇਬਲ ਨਹੀਂ ਹੈ। ਫੋਰਥ ਪੁਆਇੰਟ ਵੀ ਰਿਪੀਟ ਆ, ਇੱਕ ਪੈਨ ਨੰਬਰ ਦੇ ਅੰਦਰ ਸਾਰੇ ਬਿਜ਼ਨਸ ਤੁਹਾਡੇ ਥ੍ਰੈਸ਼ਹੋਲਡ ਲਈ ਕੰਸੀਡਰ ਹੋਣਗੇ। ਫਿਫਥ ਪੁਆਇੰਟ ਵੀ ਰਿਪੀਟ ਆ, ਕੰਪੋਜੀਸ਼ਨ ਸਕੀਮ ਲੈਪਸ ਕਦੋਂ ਹੁੰਦੀ ਹੈ, ਲੈਪਸ ਉਦੋਂ ਹੁੰਦੀ ਹੈ ਜਦੋਂ ਤੁਸੀਂ ਲਿਮਿਟ ਐਕਸੀਡ ਕਰ ਜਾਂਦੇ ਹੋ ਟਰਨਓਵਰ ਦੀ। ਸਿਕਸਥ ਪੁਆਇੰਟ ਵੀ ਰਿਪੀਟ ਆ, ਕੋਈ ITC ਨਹੀਂ ਮਿਲੇਗਾ। ਸੈਵਨਥ ਪੁਆਇੰਟ ਵੀ ਰਿਪੀਟ ਆ, ਕੈਂਸਲੇਸ਼ਨ ਆਫ ਪਰਮਿਸ਼ਨ, ਜੇ ਕਿਸੇ ਆਫਿਸਰ ਨੂੰ ਲੱਗੇ ਕਿ ਤੁਸੀਂ ਕੰਡੀਸ਼ਨਸ ਨੂੰ ਵਾਇਲੇਟ ਕਰਦੇ ਹੋ ਕਿ ਤੁਹਾਡਾ CLS ਵਾਲੀ ਆਪਸ਼ਨ ਕੈਂਸਲ, ਠੀਕ ਹੈ ਨਾ। ਦ ਨਿਊ ਥਿੰਗ ਓਵਰ ਹੇਅਰ ਇਜ਼ ਕਿ ਜੇ ਆਫਿਸਰ ਤੁਹਾਡੀ ਪਰਮਿਸ਼ਨ ਕੈਂਸਲ ਕਰ ਦਿੰਦਾ ਆ CLS ਦੀ, ਤੁਹਾਡੇ ਕੋਲ ਫੋਲੋਇੰਗ ਚੀਜ਼ਾਂ ਡਿਮਾਂਡ ਕਰੂਗਾ, ਕਿਉਂਕਿ CLS ਦੇ ਅੰਦਰ ਆਪਾਂ ਨੂੰ ਟੈਕਸ ਘੱਟ ਦੇਣਾ ਪੈਂਦਾ ਆ, ਠੀਕ ਹੈ ਨਾ। ਸੋ ਦ ਆਫਿਸਰ ਕੈਨ ਡਿਮਾਂਡ ਦ ਫੋਲੋਇੰਗ ਥਿੰਗਸ। ਪਹਿਲੀ ਚੀਜ਼ ਆ ਡਿਫਰੈਂਸ਼ੀਅਲ ਇੰਟਰਸਟ, ਡਿਫਰੈਂਸ਼ੀਅਲ ਟੈਕਸ ਐਂਡ ਇੰਟਰਸਟ, ਕਿੰਨਾ ਤੁਸੀਂ ਟੈਕਸ ਜ਼ਿਆਦਾ ਦੇਣਾ ਬਣਦਾ ਆ, ਤੇ 6 ਮਹੀਨੇ ਪਿਛਲਾ ਫਾਈਨੈਂਸ਼ੀਅਲ ਈਅਰ ਸਾਲ ਦਾ ਹੁੰਦਾ, 6 ਮਹੀਨੇ ਪਹਿਲਾਂ ਤੁਸੀਂ ਵਾਇਲੇਟ ਕਰਤੀ ਸੀ, 6 ਮਹੀਨੇ ਦਾ ਟੈਕਸ ਵੀ ਦਿਓ ਤੇ ਉਹਦਾ ਇੰਟਰਸਟ ਵੀ ਦਿਓ, ਬਣਦਾ ਇੰਟਰਸਟ। that's generally around 12% ਗਵਰਨਮੈਂਟ ਚਾਰਜ ਕਰਦੀ ਹੈ। ਸੈਕਿੰਡ ਇਜ਼ ਪੈਨਲਟੀ, ਫਾਈਨ ਵੀ ਦਿਓ ਕਿ ਤੁਸੀਂ ਜਿਹੜੇ ਪਰਮਿਸ਼ਨਸ ਵਾਇਲੇਟ ਕੀਤੀਆਂ, ਇਹ ਆਫਿਸਰ ਦੀ ਡਿਸਕ੍ਰਿਸ਼ਨ ਤੇ ਹੁੰਦਾ ਵੀ ਉਹਨੇ ਕਿੰਨਾ ਫਾਈਨ ਜਿਹੜਾ ਹੈਗਾ ਉਹ ਚਾਰਜ ਕਰਨਾ ਹੈ। ਨਾਓ 8th ਇਜ਼ ਅਗੇਨ ਅ ਰੈਪੀਟੀਸ਼ਨ, ਤੁਹਾਨੂੰ ਸਾਈਨ ਬੋਰਡ ਜਿਹੜਾ ਹੈਗਾ ਲਗਾਉਣਾ ਪਊਗਾ ਆਪਣੇ ਬਿਜ਼ਨਸ ਦੇ ਟੌਪ ਦੇ ਉੱਤੇ, that is a composition condition to mention the words composition taxable person, ਬਿੱਲ ਦੇ ਉੱਤੇ ਵੀ ਕਰਨਾ ਹੈ, ਤੇ ਜਿਹੜਾ ਸਾਈਨ ਬੋਰਡ ਆ ਤੁਹਾਡੇ ਬਿਜ਼ਨਸ ਦਾ, ਠੀਕ ਹੈ ਨਾ, ਤੁਹਾਡੇ ਸ਼ਾਪ ਦਾ, ਤੁਹਾਡੀ ਫੈਕਟਰੀ ਦਾ, ਤੁਹਾਡੀ ਵਰਕਪਲੇਸ ਦਾ, ਕੰਪੋਜੀਸ਼ਨ ਟੈਕਸੇਬਲ ਪਰਸਨ। ਪ੍ਰੈਕਟੀਕਲੀ ਮੈਂ ਜਦੋਂ ਆਪਣੇ ਸ਼ਹਿਰ 'ਚ ਜਾਂਦਾ, ਮੈਂ ਕਿਸੇ ਵੀ ਸ਼ਾਪ ਤੇ ਜਾਂ ਕਿਸੇ ਵੀ ਬਿਜ਼ਨਸ ਤੇ ਇਹ ਸਾਈਨ ਬੋਰਡ ਲੱਗਾ ਹਾਲੇ ਤੱਕ ਦੇਖਿਆ ਨਹੀਂ ਹੈਗਾ। More information about that I'll gather from the small businessmen of our city and tell you later on. Okay, now we come to the last part, procedure for opting composition levy. ਇਹਦੇ ਲਈ I have sent you the clear text website page also, and in the page down below ਉਹਦੇ 'ਚ ਵੀ procedure ਲਿਖਿਆ ਹੋਇਆ, you can go through that also in a different language, maybe you find that simpler, and there's a video given on that page also. Please play that video and go through it once again. Very good animations, and they have explained what is the procedure for opting for
composition levy scheme. So basically points ਕਿਹੜੇ ਹੈਗੇ ਆ, A main points are we are to migrate from the existing laws. ਇਹ ਹੁਣ ਪਹਿਲਾਂ ਦੀ ਗੱਲ ਆ, 2017 ਦੀ ਗੱਲ ਹੈ, ਠੀਕ ਹੈ ਨਾ, ਹੁਣ ਤੱਕ ਤਾਂ ਸਾਰੇ ਲੋਕ ਕਰ ਚੁੱਕੇ ਆ। ਸੋ ਪੁਰਾਣੇ ਸਿਸਟਮ ਤੋਂ ਤੁਸੀਂ ਨਵੇਂ ਸਿਸਟਮ 'ਚ ਮਾਈਗ੍ਰੇਟ ਕਰਨਾ ਹੈ। ਤੁਸੀਂ ਇੰਟੀਮੇਸ਼ਨ ਦੇਣੀ ਆ ਫਾਰਮ GST CMP 01 ਦੇ ਵਿੱਚ ਵਿਦਿਨ 30 days of the commencement of GST, ਠੀਕ ਹੈ ਨਾ। ਤੇ ਥਰਡ ਪੁਆਇੰਟ ਇਹ ਆ, ਤੁਸੀਂ ਡਿਟੇਲਸ ਤੁਹਾਡੇ ਕੋਲ ਪੁਰਾਣੇ ਸਿਸਟਮ ਦੇ ਵਿੱਚ ਤੁਸੀਂ ਬਿਜ਼ਨਸ ਕਰ ਰਹੇ ਹੋ, ਤੁਹਾਡੇ ਕੋਲ ਸਟਾਕ ਪੁਰਾਣਾ ਕਿੰਨਾ ਕੁ ਪਿਆ, ਉਹ ਸਟਾਕ ਦੀ ਡਿਟੇਲਸ ਤੁਹਾਨੂੰ ਫਾਰਮ GST CMP 3 ਵਿਦਿਨ 90 days ਡਿਪਾਰਟਮੈਂਟ ਨੂੰ ਦੇਣੀ ਹੈ, ਸੌਰੀ ਆਨਲਾਈਨ ਆਪਣੇ ਪੋਰਟਲ ਤੇ ਫੋਲੋ ਕਰਨੀ ਹੈ। ਦਫ਼ਤਰ ਜਾ ਕੇ ਇਹਦੇ 'ਚ ਕੁਝ ਵੀ ਨਹੀਂ ਦੇਣਾ ਹੁੰਦਾ, everything you have to log in into the portal and give information, right? B part is new registration. The person at the time of filling form GST REG1 ਇਹ registration ਦਾ ਫਾਰਮ ਆ, ਚੱਲ opt ਇਹਦੇ ਵਿੱਚ ਹੀ ਆਪਸ਼ਨ ਹੁੰਦੀ ਹੈ ਵੀ ਜਿਹੜਾ ਰਜਿਸਟ੍ਰੇਸ਼ਨ ਦਾ ਫਾਰਮ ਆ ਕਿ ਤੁਸੀਂ ਨਾਰਮਲ GST ਲਈ ਆਪਟ ਕਰ ਰਹੇ ਹੋ ਕਿ ਤੁਸੀਂ ਕੰਪੋਜੀਸ਼ਨ ਸਕੀਮ ਲਈ ਆਪਟ ਕਰ ਰਹੇ ਹੋ, ਰਾਈਟ। then second part is file form GST ITC 3 ITC 3 ਦਾ ਮਤਲਬ ਇਨਪੁਟ ਟੈਕਸ ਕ੍ਰੈਡਿਟ ਟੂ ਰਿਵਰਸ ਦਾ ITC ਆਫ ਦਾ ਸਟਾਕ ਇਨਪੁਟਸ। ਜਿਹੜਾ ਤੁਹਾਡੇ ਕੋਲ ਸਟਾਕ ਪਿਆ ਆ ਉਹਦੇ ਤੇ ਪੁਰਾਣੇ ਸਿਸਟਮ 'ਚ ਵੈਟ ਵੀ ਇਨਪੁਟ ਟੈਕਸ ਕ੍ਰੈਡਿਟ ਮਿਲਦਾ ਹੁੰਦਾ ਸੀ। ਜੇ ਤੁਸੀਂ ਕੰਪੋਜੀਸ਼ਨ ਸਕੀਮ 'ਚ ਆਉਣਾ ਆ ਕਿ ਤੁਹਾਨੂੰ ਜਿਹੜੇ ਐਗਜ਼ਿਸਟਿੰਗ ਸਟਾਕ ਤੇ ਇਨਪੁਟ ਟੈਕਸ ਕ੍ਰੈਡਿਟ ਮਿਲਿਆ ਹੋਇਆ ਉਹ ਤੁਹਾਨੂੰ ਗਵਰਨਮੈਂਟ ਨੂੰ ਵਾਪਸ ਦੇਣਾ ਪਊਗਾ, ਠੀਕ ਹੈ ਨਾ, ਕਿਉਂਕਿ ਕੰਪੋਜੀਸ਼ਨ ਸਕੀਮ ਦੇ ਵਿੱਚ ITC ਨਹੀਂ ਮਿਲਦਾ। then second point is opting for composition ITC reversal compliance is required. Similar ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸੀ ਆ ਉਹੀ ਫਾਰਮ ਆ GST ITC 3। ਬੇਸਿਕਲੀ ਤੁਸੀਂ ਫਾਰਮ ਭਰ ਕੇ ਦੱਸਣਾ ਕਿ ਮੇਰੇ ਕੋਲ ਕਿਹੜਾ ਕਿਹੜਾ ਸਟਾਕ ਆ, ਕਿਹੜੇ ਕਿਹੜੇ ਸਟਾਕ ਤੇ ਮੈਂ ITC ਲਿਆ ਹੋਇਆ ਆ ਤੇ ਇਹ ITC ਮੈਂ ਹੁਣ ਡਿਪਾਰਟਮੈਂਟ ਨੂੰ ਵਾਪਸ ਪਾਉਣਾ। then third point is effective date ਕੀ ਆ ਕੰਪੋਜੀਸ਼ਨ ਲੈਵੀ ਦੀ, ਠੀਕ ਹੈ ਨਾ। ਇਹ ਬੜੇ ਸਿਸਟਮ 'ਚ ਟੈਕਸ ਪੇ ਕਰਨ ਦੀ ਇਫੈਕਟਿਵ ਡੇਟ ਕੀ ਆ, that shall be effective from the beginning of the financial year, ਠੀਕ ਹੈ ਨਾ, financial year ਦੇ ਸ਼ੁਰੂ ਤੋਂ ਲਾਗੂ ਹੋਗਾ। when where the intimation is filed under sub rule 3 and the appointed the day where the intimation is filed under sub rule 3.1, right? So that will be the date. Now fourth point, validity of composition levy. Validity ਇਹ ਸਕੀਮ ਕਦੋਂ ਤੱਕ ਵੈਲਿਡ ਆ, ਸੇਮ ਪੁਆਇੰਟ ਰਿਪੀਟਡ ਆਪਾਂ ਅੱਗੇ ਵੀ ਪੜਿਆ, ਵੈਲਿਡਿਟੀ ਦੋ ਵਾਰੀ ਪੜ੍ਹ ਲਈ। ਜਦ ਤੱਕ ਉਹ ਕੰਡੀਸ਼ਨਸ ਸੈਟੀਸਫਾਈਡ ਨੇ ਤੁਸੀਂ ਵੈਲਿਡ ਹੀ ਹੋ। ਇਹਦੀ ਕੋਈ ਲਾਸਟ ਡੇਟ ਜਾਂ ਲਾਸਟ ਈਅਰ ਨਹੀਂ ਹੈ ਗਵਰਨਮੈਂਟ ਵੱਲੋਂ ਕਿ ਕੰਪੋਜੀਸ਼ਨ ਸਕੀਮ ਫਲਾਣੇ ਸਾਲ ਤੱਕ ਰਹੂਗੀ ਉਸ ਤੋਂ ਬਾਅਦ ਬੰਦ ਹੋਊਗੀ, ਇੱਦਾਂ ਦਾ ਕੁਝ ਨਹੀਂ ਹੈ। ਜਦ ਤੱਕ ਤੁਸੀਂ 1.5 ਕਰੋੜ ਦਾ ਇਹ ਪ੍ਰਸਕ੍ਰਾਈਬਡ ਟਰਨਓਵਰ ਆ ਉਹ ਐਕਸੀਡ ਨਹੀਂ ਕਰਦੇ ਤੇ ਸਾਰੀਆਂ ਕੰਡੀਸ਼ਨ ਸੈਟੀਸਫਾਈ ਕਰਦੇ ਹੋ ਤੁਸੀਂ CLA ਸਕੀਮ ਦੇ ਅੰਡਰ ਰਹਿ ਸਕਦੇ ਹੋ, ਰਾਈਟ। ਦੈਨ ਵਾਟ ਇਜ਼ ਦਾ ਪ੍ਰੋਸੈਸ ਫॉर ਆਪਟਿੰਗ ਆਊਟ ਆਫ ਕੰਪੋਜੀਸ਼ਨ ਸਕੀਮ, ਠੀਕ ਹੈ। ਇਹ ਅੱਗੇ ਵੀ ਆਪਾਂ ਦੱਸ ਚੁੱਕੇ ਹਾਂ ਜਦੋਂ ਆਪਣੀ ਟਰਨਓਵਰ ਕ੍ਰਾਸ ਕਰ ਜਾਂਦਾ ਤਾਂ ਕੀ ਪ੍ਰੋਸੈਸ ਆਪਾਂ ਫੋਲੋ ਕਰਨਾ ਹੈ। ਸੋ ਦੈਟ ਵਾਜ਼ ਆਲ ਅਬਾਊਟ ਕਿ ਕੰਪੋਜੀਸ਼ਨ ਲੈਵੀ ਸਕੀਮ ਐਂਟਰ ਕਰਨ ਦਾ ਕੀ ਪ੍ਰੋਸੀਜਰ ਆ। ਸੋ ਦੈਟ ਇਜ਼ ਵੀ ਆਰ ਕਮਿੰਗ ਟੂ the end of this chapter. Please go through these questions from the examination point of view, right? uh, most almost they are simple what is composition levy scheme, explain its features, ये features हो गया, ठीक है ना। discuss in detail about composition levy scheme for transactions under the same pan, ਇਹਦਾ ਵੀ book ਚ example ਦਿੱਤਾ ਹੋਇਆ 3 business। third one was and conditions ਕੀ ਆ, we have done that point wise ਕਿਹੜੀਆਂ conditions satisfy ਕਰਨੀਆਂ ਪੈਣਗੀਆਂ, ਇਹੀ ਚੀਜ਼ਾਂ ਜਿਹੜੀਆਂ ਮੈਂ ਚੈਪਟਰ ਦੇ ਸ਼ੁਰੂ ਚ ਦੱਸੀਆਂ। restrictions ਕੀ ਆ composition levy scheme ਦੀਆਂ, ਇਹਦੇ ਵੀ points ਹੈਗੇ ਆ ਤੇ procedure ਆਪਾਂ ਹੁਣੇ ਕਰਕੇ ਹਟੇ ਆ। what is the procedure under composition levy scheme, with this we have just done. now I'll just take you through the website ਜਿਹੜਾ ਮੈਂ ਤੁਹਾਨੂੰ ਲਿੰਕ ਭੇਜਿਆ ਆ cleartax ਦਾ, ਠੀਕ ਹੈ ਨਾ। cleartax.in is the best website taxation ਦੇ ਮਾਮਲੇ ਚ, the best professional website where you can see the latest update. So ਇਹਦੇ ਤੇ separate page ਆ GST under GST home GST composition scheme. So basically ਸਾਰੀ ਹੀ composition scheme ਸਮਝਾਈ ਹੋਈ ਹੈ। please go through this also, please refer to this also apart from your book. who can opt for a so ਪਹਿਲਾ question, you click over here और page ਤੁਹਾਨੂੰ directly ਲੈ ਜਾਊਗਾ। who can opt for a composition levy scheme, first one। second is who cannot opt, ਠੀਕ ਹੈ ਨਾ। third is what are the conditions ਕੀ ਆ, fourth conditions ਕੀ ਆ CLS ਲਈ, fourth point ਹੈ how a taxpayer can opt, ਠੀਕ ਹੈ ਨਾ, ਉਹੀ point repeated ਆ। fifth ਹੈ documents ਕਿਹੜੇ ਕਿਹੜੇ ਚਾਹੀਦੇ ਆ CLS ਸਕੀਮ ਦੇ ਲਈ ਸਪਲਾਈ ਕਰਨ ਦੇ ਲਈ। sixth point ਆਪਾਂ ਕੀਤਾ ਹੈ 1% 5% 6%, what are the GST rates ਕਿੰਨੇ ਆ। seventh is how should GST payment be made by a composition dealer, the procedure ਕੀ ਹੈ ਗਵਰਨਮੈਂਟ ਨੂੰ ਪੇ ਕਰਨ ਦਾ ਪੋਰਟਲ ਦੇ ਥਰੂ। eighth is how are the returns to be filed by the composition dealer, this was not a part of our chapter
and what are the advantages key and what are the disadvantages. So please go through these videos. What is GST composition scheme, qualification and advantages of the scheme. ठीक है ना, qualifications आप वही eligibility criteria हो गया. And then this video I have sent you as a link. What is the procedure of composition scheme? ਉਹ ਜਿਹੜਾ ਹੁਣੇ ਹੀ ਆਪਾਂ ਲਾਸਟ ਦੇ ਵਿੱਚ ਪੜ੍ਹ ਕੇ ਹਟੇ ਆ ਕੀ procedure follow ਕਰਨਾ ਹੈ to get into composition levy scheme, right? So that's all in as far as the composition levy scheme is concerned. So I end over here. Thank you.